ਮਾਛੀਵਾੜਾ ਸਾਹਿਬ ਤੋਂ ਕੁਛ ਦੂਰੀ ਤੇ ਸਥਿਤ ਪਿੰਡ ਮਾਨੇਵਾਲ ਵਿਖੇ ਉਸ ਸਮੇਂ ਸਥਿਤੀ ਗੰਭੀਰ ਹੋ ਗਈ ਜਦੋਂ ਪਿੰਡ ਦੀ ਹੀ ਮੌਜੂਦਾ ਪੰਚ ਅਤੇ ਪਿੰਡ ਦੇ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਕੇ ਵਿਕਾਸ ਕਾਰਜ ਨਾ ਹੋਣ ਕਰਕੇ ਆਪਣੇ ਹੀ ਸਰਪੰਚ ਖਿਲਾਫ ਆ ਖੜੇ ਹੋਏ ਤੇ ਨਾਅਰੇਬਾਜ਼ੀ ਕਰਨ ਲੱਗੇ। ਪਿੰਡ ਦੀ ਪੰਚ ਨੇ ਕਹਿਣਾ ਹੈ ਕਿ ਲੋਕਾਂ ਵੱਲੋਂ ਚੁਣਿਆ ਗਿਆ ਹੈ, ਪਰ ਪਿੰਡ ਦੇ ਸਰਪੰਚ ਵੱਲੋਂ ਮੇਰੇ ਨਾਲ ਕਾਨੀਵੰਡ ਕੀਤੀ ਜਾ ਰਹੀ ਹੈ ਅਤੇ ਮੇਰੇ ਵਾਰਡ ਦਾ ਕੰਮ ਨਹੀਂ ਕਰਵਾਇਆ ਜਾ ਰਿਹਾ। ਪਿਛਲੇ 4 ਸਾਲਾਂ ਤੋਂ ਪਿੰਡ ਵਿੱਚ ਕੋਈ ਵੀ ਵਿਕਾਸ ਦਾ ਕੰਮ ਸਰਪੰਚ ਵੱਲੋਂ ਨਹੀਂ ਕਰਵਾਇਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਪਿੰਡ ਨੂੰ ਕਰੋੜਾਂ ਦੀ ਗ੍ਰਾਂਟ ਆਈ ਹੈ, ਬਾਲ ਵਿਕਾਸ ਕਾਰਜ ਬਿਲਕੁਲ ਹੀ ਨਹੀਂ ਕਰਵਾਏ ਗਏ। ਪਿੰਡ ਵਿੱਚ ਲਾਈਟਾਂ ਲਗਵਾਈਆਂ ਗਈਆਂ ਪਰ ਸਿਰਫ ਖੰਭੇ ਨੇ ਲਾਈਟਾਂ ਉੱਪਰ ਨਹੀਂ ਲਗਾਏ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਕਰੋੜਾਂ ਦੀ ਗ੍ਰਾਂਟ ਆਈ ਹੈ, ਉਸ ਨੂੰ ਕਿਸੇ ਪਾਸੇ ਨਹੀਂ ਲਗਾਇਆ ਗਿਆ। ਜੇਕਰ VDPO ਦਫ਼ਤਰ ਵਿੱਚ ਰਿਕਾਰਡ ਖੋਲ੍ਹਿਆ ਜਾਵੇ ਤਾਂ ਸਿਰਫ ਸਾਡੇ ਪਿੰਡ ਦਾ ਹੀ ਕਰੋੜਾਂ ਦਾ ਘਪਲਾ ਨਿਕਲੇਗਾ। ਲੋਕਾਂ ਨੇ ਕਿਹਾ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਇਹ ਹਾਲਾਤ ਇੰਨੀ ਤਰਸਯੋਗ ਹੋ ਚੁੱਕੀ ਹੈ ਕਿ ਸਾਡਾ ਲੰਘਣਾ ਵੀ ਮੁਹਾਲ ਹੋਇਆ ਪਿਆ ਹੈ। ਸਾਡੇ ਪਿੰਡ ਵਿੱਚ ਬੱਚਿਆਂ ਦੇ ਖੇਡਣ ਲਈ ਕੋਈ ਵਧੀਆ ਗਰਾਊਂਡ ਨਹੀਂ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਗਰਾਊਂਡ ਬਣਾਇਆ ਹੋਵੇ ਤਾਂ ਬੱਚੇ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਜਾਣਗੇ। ਇਸ ਸੰਬੰਧੀ ਜਦੋਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੋਸ਼ ਨੂੰ ਸਿਰੇ ਨਾ ਨਕਾਰਦੇ ਹੋਏ ਇਸ ਸੰਬੰਧੀ ਹੋਰ ਸਰਪੰਚ ਦਾ ਕਹਿਣਾ ਹੈ ਕਿ ਆਓ ਸੁਣਦੇ ਹਾਂ। ਮਾਛੀਵਾੜਾ ਪੰਜਾਬ ਬੋਲਦਾ ਦੀ ਰਿਪੋਰਟ। ਮੇਰਾ ਨਾਮ ਰਛਪਾਲ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਮਾਣੇਵਾਲ ਤੋਂ ਹੈ ਜੀ। ਕੀ ਮਸਲਾ ਅੱਜ ਤੁਸੀਂ ਇਕੱਠੇ ਹੋਏ ਹੋ ਪਿੰਡ ਵਾਸੀ ਸਰਪੰਚ ਦੇ ਖਿਲਾਫ? ਸਰ ਸਰਪੰਚ ਦੇ ਖਿਲਾਫ ਵੀ ਹੈ। ਇਹਦੇ ਤਕਰੀਬਨ ਸਾਨੂੰ 40 ਸਾਲ ਹੋ ਗਏ ਨੇ ਪਿੰਡ ਦੇ ਵਿੱਚ ਮੈਨੂੰ ਜੰਮੇ ਨੂੰ। ਤੇ ਇਹਦੇ ਵਿੱਚ ਸਾਡੇ ਪਿੰਡ ਦੀ ਆਮਦਨ ਲੱਖਾਂ ਦੇ ਵਿੱਚ ਆਉਂਦੀ ਹੈ। ਪਹਿਲਾਂ ਵੀ ਸਰਪੰਚ ਰਹੇ ਨੇ, ਉਹਨਾਂ ਨੇ ਵੀ ਗਲੀਆਂ ਨਾਲੀਆਂ ਦਾ ਕੀਤਾ, ਕੁਝ ਨਹੀਂ ਸਵਾਰਿਆ। ਦੂਸਰੇ ਨੰਬਰ ਤੇ ਹੁਣ ਵੀ ਪੰਚਾਇਤ ਹੈ, ਉਹਨੇ ਵੀ ਕੁਝ ਨਹੀਂ ਸਵਾਰਿਆ। ਪੈਸਾ ਆਉਂਦਾ ਬਥੇਰਾ, ਗਰਾਂਟਾਂ ਵੀ ਲੱਖਾਂ ਕਰੋੜਾਂ 'ਚ ਆਉਂਦੀ ਰਹੀ ਹੈ। ਇਹਦੇ ਵਿੱਚ ਕੋਈ ਝੂਠ ਨਹੀਂ। ਜੇ ਅੱਜ ਵੀ ਕਿਸੇ ਦਾ ਰਿਕਾਰਡ ਫੋਲਣਾ ਤੇ BDO ਸਾਹਿਬ ਦੇ ਦਫ਼ਤਰ 'ਚ ਲੱਖਾਂ ਦਾ ਕਰੋੜਾਂ ਦਾ ਸਾਡੇ ਪਿੰਡ ਮਾਣੇਵਾਲ ਦਾ ਹੈ। ਤੇ ਕਾਗਜ਼ੀ ਰਾਹੀਂ ਲਾਈਟਾਂ ਵੀ ਲੱਗ ਚੁੱਕੀਆਂ ਪਿਛਲੀ ਵਾਰ ਦੀਆਂ। ਹੁਣ ਤਾਂ ਕੁਝ ਲਵਾਈਆਂ ਸੀਗੀਆਂ ਸਰਪੰਚ ਨੇ, ਉਹ ਵੀ ਤਕਰੀਬਨ 5-7 ਲਵਾਈਆਂ, 10 ਲਵਾਈਆਂ, ਕੁਝ ਚੱਲਦੀਆਂ ਨੇ, ਕੁਝ ਬੰਦ ਹੋ ਗਈਆਂ ਤਕਰੀਬਨ। ਜੇ ਹੁਣ ਸਾਡੀ ਜੇ ਵਾਰਡ ਦੀ ਗੱਲ ਕਰੀਏ ਤਾਂ ਮੇਰੇ ਕੋਲ ਪ੍ਰੂਫ ਵੀ ਨੇ। ਜਦੋਂ ਮੀਂਹ ਪੈਂਦਾ ਤਾਂ ਇੱਥੇ ਤਕਰੀਬਨ ਗੋਡੇ ਪਾਣੀ ਖੜ ਜਾਂਦਾ ਤੇ ਗਲੀਆਂ ਨਾਲੀਆਂ ਦੇਖੀਏ ਬੁਰਾ ਹਾਲ ਹੈ ਪਿੰਡ ਦੇ ਵਿੱਚ। 4 ਸਪੇਰਾ ਤੁਸੀਂ ਘੁੰਮ ਲਓ, ਕਿਧਰੇ ਤੁਹਾਨੂੰ ਸਫਾਈ ਨਹੀਂ ਦਿਸੇਗੀ। ਦੇਖੋ ਜਿਹੜਾ ਸਰਪੰਚ ਮੋਹਤਬਰ ਜ਼ਿੰਮੇਵਾਰ ਹੁੰਦੇ ਨੇ, ਜਿਨ੍ਹਾਂ ਨੇ ਪੰਚਾਇਤਾਂ ਨੇ ਜ਼ਿੰਮੇਵਾਰੀ ਨਹੀਂ ਸਮਝੀ ਪਿੰਡ ਨੂੰ, ਉਹਨਾਂ ਨੇ ਆਪਣੇ ਘਰ ਲਈ ਖਾਣ ਲਈ ਕੀਤਾ ਤਾਂ ਪਿੰਡ ਉਹਦਾ ਕੀ ਸਵਾਰਨਗੇ? ਠੀਕ ਹੈ। ਸਾਨੂੰ ਜਿਹੜੇ ਪਿੰਡ ਆ, ਦੇਖੋ ਵਸਨੀਕ ਬੈਠੇ ਪਿੰਡ ਦੇ, ਕਿਸੇ ਨਾਲ ਸਾਡੀ ਦੁਸ਼ਮਣੀ ਨਹੀਂ, ਕਿਸੇ ਨਾਲ ਸਾਡੀ ਲਾਗਤਬਾਜ਼ੀ ਨਹੀਂ। ਸਿਰਫ ਅਸੀਂ ਇਹ ਕਹਿੰਦੇ ਆ ਵੀ ਸਾਡੇ ਪਿੰਡ ਦਾ ਹਾਲਾਤ ਕੀ, ਜਿੱਥੇ ਲੱਖਾਂ ਕਰੋੜਾਂ ਆਮਦਨ ਹੈ, ਸਰਕਾਰ ਦਾ ਪੈਸਾ ਜਾਂਦਾ ਕਿੱਥੇ ਹੈ ਤੇ ਜਾਂਦਾ ਕਿੱਥੇ ਰਿਹਾ, ਕਿੱਥੇ ਲਾਇਆ ਇਹਨਾਂ ਨੇ? ਪਿੰਡ ਦੇ ਵਿੱਚ ਕਾਗਜ਼ੀ ਕਾਰਵਾਈ ਦੇ ਨਾਲ ਤਾਂ ਇੰਟਰਲੋਕ ਵੀ ਲੱਗ ਚੁੱਕੀ ਹੈ। ਕਾਗਜ਼ੀ ਕਾਰਵਾਈ ਤੇ ਸਾਡੇ ਅਸੀਂ ਆਪ ਦੇਖੇ ਨੇ ਤੇ ਕੈਮਰੇ ਵੀ ਲੱਗ ਚੁੱਕੇ ਨੇ। ਕਾਗਜ਼ੀ ਕਾਰਵਾਈ ਤੇ ਪਿਛਲੇ ਸਰਪੰਚਾਂ ਨੇ ਲਾਈਟਾਂ ਵੀ ਲਾ ਚੁੱਕੀਆਂ ਨੇ। ਹਜੇ ਤਾਈਂ ਕੋਈ ਸਰਪੰਚ ਨੇ, ਸਿਰਫ ਬਲਜਿੰਦਰ ਸਿੰਘ ਦੇ 10 ਲਾਈਟਾਂ ਲਾਈਆਂ ਸੀਗੀਆਂ, ਉਹ ਸਾਡੇ ਸਾਹਮਣੇ ਨੇ, ਉਹ ਵੀ ਬੰਦ ਨੇ। ਤੇ ਦੂਸਰੇ ਨੰਬਰ ਤੇ ਜੇ ਸਾਡੇ ਪਿੰਡ ਦੀ ਸੀਵਰੇਜ ਦੀ ਗੱਲ ਹੈ, ਕੁਝ ਕੰਮ ਉਹਨੇ ਕਰ ਦਿੱਤਾ, ਕੁਝ ਉਹਨੇ ਰੋਕ ਦਿੱਤਾ। ਸਾਨੂੰ ਨਹੀਂ ਪਤਾ ਕੀ ਵਜ੍ਹਾ ਸੀਗੀ, ਪਰ ਸਾਨੂੰ ਇੰਨੀ ਪ੍ਰੋਬਲਮ ਆਈ ਹੈ ਇਸ ਟਾਈਮ। ਅਸੀਂ ਪਾਣੀ ਦੇ ਵਿੱਚੋਂ ਲੰਘਦੇ ਹਾਂ, ਸਾਡੇ ਕੋਲ ਖੁਦ ਪ੍ਰੂਫ ਨੇ, ਬੱਚੇ ਪਾਣੀ ਦੇ ਵਿੱਚ ਲੰਘ ਕੇ ਜਾਂਦੇ ਨੇ। ਦੇਖੋ ਗੰਦਾ ਪਾਣੀ ਹੁੰਦਾ ਨਾਲੀਆਂ ਦਾ, ਲੈਟਰਿਨ ਦਾ, ਤੇ ਬੱਚੇ ਦੇ ਪੈਰ ਵੀ ਪੱਕ ਜਾਂਦੇ ਨੇ, ਕੋਈ ਬਿਮਾਰੀ ਲੱਗ ਸਕਦੀ ਹੈ। ਤੁਸੀਂ ਆਪ ਦੇਖ ਸਕਦੇ ਹੋ ਕਿੰਨੀਆਂ ਗੰਦੀਆਂ ਹਾਲਾਤਾਂ ਨੇ, ਰੂੜੀਆਂ ਦਾ ਕੀ ਹਾਲਾਤ ਨੇ। ਤੇ ਇਹ ਸਰਪੰਚਾਂ ਨੇ, ਸਾਡੀਆਂ ਪਿੰਡ ਦੀਆਂ ਪੰਚਾਇਤਾਂ ਨੇ ਬਿਲਕੁਲ ਡੱਕਾ ਨਹੀਂ ਸਵਾਰਿਆ। ਤੇ ਕੁਛ ਗੱਲਾਂ ਨੇ, ਜਿਵੇਂ ਕਹਿ ਲਈਏ ਵੀ ਸਾਡੇ ਕਾਗਜ਼ੀ ਕਾਰਵਾਈ ਗਰਾਊਂਡ ਵੀ ਬਹੁਤ ਵਧੀਆ ਬਣਾਇਆ, ਬਜ਼ੁਰਗਾਂ ਨੇ ਬਣਾਇਆ ਹੋਇਆ। ਸਰ ਸਾਡੇ ਬਜ਼ੁਰਗਾਂ ਨੇ, ਸਾਡਿਆਂ ਨੇ ਗਰਾਊਂਡ ਦੀ 4 ਦੀਵਾਰੀ ਕੀਤੀ ਹੋਈ ਹੈ। ਉਸ ਤੋਂ ਬਾਅਦ ਕਿਸੇ ਸਰਪੰਚ ਨੇ ਇੱਟ ਨਹੀਂ ਲਾਈ। ਕਾਗਜ਼ੀ ਕਾਰਵਾਈ ਦੇ ਲੈਟ ਉੱਥੇ ਸਾਰਾ ਕੁਝ ਲਾਇਆ ਹੋਇਆ ਹੈ, ਸਮਰਸੀਬਲ ਤੋਂ ਹੀ ਹੋਇਆ ਹੈ। ਉਲਟ ਸਾਡੇ ਜੇ ਕਹਿੰਦੇ ਤਾਂ ਕਹਿੰਦੇ ਤੁਸੀਂ ਗਰਾਊਂਡ ਦੇ ਵਿੱਚ ਕੀ ਲੈਣਾ? ਤਕਰੀਬਨ ਸਾਡੇ ਪਿੰਡ ਦੇ ਬੱਚੇ ਅਸੀਂ ਭਵਿੱਖ ਸਵਾਰਨ ਵਾਸਤੇ ਵੀਡੀਓ ਨੇ, ਬੱਚਿਆਂ ਨੂੰ ਪੱਲਿਓਂ ਪੈਸਾ ਇਕੱਠਾ ਕਰਕੇ ਅਸੀਂ ਬੱਚਿਆਂ ਨੂੰ ਖਿਡਾਉਂਦੇ ਆ ਵੀ ਪਿੰਡ ਦੇ ਵਿੱਚ ਨਸ਼ਾ ਨਾ ਵੜੇ, ਜ਼ਿੰਮੇਵਾਰੀ ਸਮਝਦੇ ਆ। ਫਿਰ ਪੰਚਾਇਤਾਂ ਕਿਉਂ ਨਹੀਂ ਸਮਝਦੀਆਂ ਇਹ ਗੱਲ ਨੂੰ? ਪੰਚਾਇਤਾਂ ਦਾ ਹੱਕ ਬਣਦਾ ਜਾਂ ਨਹੀਂ ਬਣਦਾ? ਜੇ ਅਸੀਂ ਆਪ ਪਤਵੰਤੇ ਸੱਜਣ ਸਾਡੇ ਨਾਲ ਰਲ ਕੇ, ਨੌਜਵਾਨ ਵੀਰ, ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ, ਜੇ ਤੁਹਾਨੂੰ ਵੀਡੀਓ ਵੀ ਦਵਾਂਗੇ ਉਹਦੇ ਨਾਲ ਜਵਾਕ ਕਿੰਨੇ ਖੇਲਦੇ ਨੇ, ਨਸ਼ੇ ਦੇ ਹੀ ਹੈ। ਤੇ ਸਫਾਈ ਲਈ ਕਹਿੰਦੇ ਅਸੀਂ, ਕੋਈ ਜਾਇਦਾਦ ਦਾ ਸਾਡਾ ਕੋਈ ਦੁਸ਼ਮਣੀ ਨਹੀਂ, ਸਿਰਫ ਪਿੰਡ ਦੀ ਸਫਾਈ ਲਈ ਕਹਿੰਦੇ। ਕੋਈ ਘਰ ਦੇ ਵਿੱਚੋਂ ਕਿਸੇ ਨੇ ਰੁਪਈਆ ਨਹੀਂ ਲਾਣਾ ਤੇ ਨਾ ਹੀ ਕੋਈ ਲਾਂਦਾ। ਜਿਹੜਾ ਸਰਕਾਰ ਦਾ ਪੈਸਾ ਆ ਕੇ ਖਾ ਜਾਂਦੇ ਨੇ, ਅਸੀਂ ਉਹਦੇ ਲਈ ਦੁਖੀ ਹਾਂ ਵੀ ਤੁਸੀਂ ਲਾਂਦੇ ਕਿਉਂ ਨਹੀਂ? ਤੁਹਾਨੂੰ ਕੀ ਪ੍ਰੋਬਲਮ ਕੀ ਲਾਉਣ ਦੇ ਵਿੱਚ? ਤਕਰੀਬਨ ਸਾਡੇ ਸਾਲ ਦੀ ਤਕਰੀਬਨ 20 ਤੋਂ 25 ਲੱਖ ਰੁਪਈਆ ਬੋਲੀ ਹੁੰਦੀ ਰਹੀ ਹੈ, ਪਿਛਲੀਆਂ ਪੰਚਾਇਤਾਂ ਵੇਲੇ ਵੀ ਹੁਣ ਵੀ ਹੁੰਦੀ ਹੈ। ਉਹ ਪੈਸਾ ਕਿੱਥੇ ਚਲੇ ਜਾਂਦਾ? ਕੋਈ ਸਵਾਰਦੇ ਨਹੀਂ, ਸਿਰਫ ਆਪਣੇ ਢਿੱਡ ਨੂੰ ਸੋਚਦੇ ਨੇ।
ਕਾਗਜ਼ੀ ਕਾਰਵਾਈ ਦੇਖ ਲਓ। ਅਸੀਂ ਸਾਰੀਆਂ ਤੁਹਾਨੂੰ ਅੱਜ ਤਾਂ ਮੈਨੂੰ ਦੱਸਿਆ ਨਹੀਂ ਤੁਹਾਨੂੰ ਪ੍ਰੂਫ ਦੇ ਦੇਣੇ ਇਹਨਾਂ ਨੇ ਕੀ ਕਰਤੂਤਾਂ ਕੀਤੀਆਂ ਨੇ। ਪਿਛਲੀਆਂ ਦੇ ਹੋਣੀਆਂ ਪੰਚਾਇਤਾਂ ਨੇ ਕੀ ਕਰਤੂਤਾਂ ਕੀਤੀਆਂ ਨੇ ਕਾਗਜ਼ੀ ਕਾਰਵਾਈ ਦੇ ਵਿੱਚ। ਲਾਈਟਾਂ ਲੱਗ ਚੁੱਕੀਆਂ ਨੇ, ਦੱਸੋ ਕਿਤੇ ਲਾਈਟ ਵੇਖੀ ਤੁਸੀਂ ਅੱਜ ਤੋਂ 10 ਸਾਲ 5 ਸਾਲ ਪਹਿਲਾਂ ਕੋਈ ਵੇਖੀ? ਤੁਹਾਨੂੰ ਦਿਸੀ ਕੋਈ 5-10 ਸਾਲ ਦੀ ਲਾਈਟ? ਕੋਈ ਕੈਮਰਾ ਦਿਸਿਆ? ਤੁਸੀਂ ਗਰਾਊਂਡ ਜਾ ਕੇ ਦੇਖੋ, 4 ਦੀਵਾਰੀ ਦੇ ਕੇ ਕਿਤੇ ਇੰਟਰਲੋਕ ਲਾਈਟ ਲੱਗੀ ਹੈ, ਕਾਗਜ਼ਾਂ ਦੇ ਕਾਰਵਾਈ ਪੂਰੀ ਕੀਤੀ ਹੋਈ ਹੈ। ਸਾਡੇ ਟੋਭੇ ਦੇਖੋ ਕੀ ਹਾਲਾਤ ਨੇ। ਇਹੋ ਜਿਹੇ ਬਿਹਾਰ ਦੇ ਵਿੱਚ ਟੋਭੇ ਨਹੀਂ, ਯੂਪੀ ਦੇ ਵਿੱਚ ਟੋਭੇ ਨਹੀਂ, ਦਿੱਲੀ ਦੇ ਵਿੱਚ ਗੰਗਾ ਨਹੀਂ ਉਹ ਜਿਹੜੀ ਚੱਲਦੀ ਉਹਦੇ ਵਿੱਚ ਬੁਰਾ ਹਾਲ ਨਹੀਂ ਜਿੰਨਾ ਸਾਡੇ ਪਿੰਡ ਦੇ ਵਿੱਚ ਟੋਭਿਆਂ ਦਾ। ਪਾਣੀ ਜਾ ਕੇ ਉਹਨਾਂ ਟੈਸਟ ਕਰਕੇ ਵੇਖ ਲਓ, ਨਿਰਾ ਜ਼ਹਿਰ ਹੈ। ਅਸੀਂ ਸਾਡੇ ਲੋਕ ਦੇ ਸਾਡੇ ਆਏ ਆ ਪੀਂਦੇ ਪਏ ਆ। ਕੀ ਗੱਲ ਅਸੀਂ ਇੱਥੇ ਦੇ ਵਸਨੀਕ ਨਹੀਂ? ਅਸੀਂ ਕਿਸੇ ਨੂੰ ਸੁਣਾ ਨਹੀਂ ਸਕਦੇ? ਹਜ਼ਾਰਾਂ ਵਾਰ ਸਰਪੰਚਾਂ ਨੂੰ ਕਹਿ ਚੁੱਕੇ ਆ, ਪਿਛਲੀਆਂ ਪੰਚਾਇਤਾਂ ਨੂੰ ਹੋਣ ਦੀਆਂ ਨੂੰ ਕਰ ਦਿੰਦੇ ਆ। ਸਾਡੇ ਕੋਲ ਪੈਸਾ ਕੋਈ ਨਹੀਂ। ਜਿਹੜਾ ਹੁਣ ਤਾਈਂ ਕਰੋੜਾਂ ਰੁਪਈਆ ਉਹ ਕਿੱਥੇ ਗਿਆ? ਕਰੋੜਾਂ ਰੁਪਈਆ ਕਿੱਥੇ ਲਾਇਆ ਇਹਨਾਂ ਨੇ? ਅਸੀਂ ਤਾਂ ਇਹੀ ਗੱਲ ਕਹਿੰਦੇ ਆ ਬਈ ਸਾਡੀ ਤੁਹਾਡੀ ਕੋਈ ਦੁਸ਼ਮਣੀ ਨਹੀਂ, ਪਰ ਸਾਡੇ ਪਿੰਡ ਦਾ ਕੋਈ ਸਵਾਰ ਦਿਓ, ਸਾਡੇ ਪਿੰਡ ਨੂੰ ਕਿਤੇ ਨਕਸ਼ੇ ਦੇ ਵਿੱਚ ਲੈਵੋ। ਬਸ ਆਹੀ ਗੱਲ ਆਈ ਜਾਂਦੀ ਆ, ਸਵਾਰ ਦਿੰਦੇ ਆ, ਕਰ ਦਿੰਦੇ ਆ, ਲੱਗੇ ਹੋਏ ਆ। ਬਸ ਸਾਡੀ ਬੇਨਤੀ ਹੈ ਪੰਚਾਇਤ ਨੂੰ ਵੀ, ਪ੍ਰਸ਼ਾਸਨ ਨੂੰ ਵੀ ਸਾਡੀ ਬੇਨਤੀ ਹੈ, ਜੋ ਜ਼ਿਲ੍ਹੇ ਦੇ ਵਿੱਚ ਨੇ ਸਾਡੇ MLA ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਵੀਰੇ ਸਾਡੇ ਇਲਾਕੇ ਦਾ ਆ ਕੇ ਦੇਖ ਕੀ ਹਾਲਾਤ ਹੈ। ਜੋ ਮੌਜੂਦਾ MLA ਸਰਦਾਰ ਜਗਤਾਰ ਸਿੰਘ ਦਿਆਲਪੁਰੀ ਹੈ, ਉਹਨੂੰ ਵੋਟਾਂ ਪਾ ਕੇ ਅਸੀਂ ਇੱਥੋਂ ਜਿਤਾਇਆ। ਅਸੀਂ ਨਾਲ ਘੁੰਮਦੇ ਰਹੇ, ਟਾਈਮ ਕੱਢ ਕੇ ਆਪਣਾ ਕੰਮ ਛੱਡ ਕੇ, ਪਰ ਉਹ ਸਰਦਾਰ ਨੇ ਵੀ ਆ ਕੇ ਹਜੇ ਤੱਕ ਬਾਤ ਨਹੀਂ ਪੁੱਛੀ। ਸਾਡੀ ਇਹ ਵੀ ਬੇਨਤੀ ਹੈ ਵੀ ਸਾਡੀ ਇਹ ਆ ਕੇ ਮਾਣਿਆਲ ਜਾਂ ਇਲਾਕੇ ਦੀ ਕਿਸੇ ਨੇ ਬਾਤ ਨਹੀਂ ਪੁੱਛੀ। MLA ਬਣ ਗਏ ਨੇ, ਝਾੜੂ ਵਾਲੇ ਆਪਣੇ ਘਰ ਬਹਿ ਗਏ ਨੇ, ਸਿਰਫ ਉਹ ਪਿਛਲੀਆਂ ਰਾਜਨੀਤੀਆਂ 'ਚ ਬਹਿ ਗਏ ਨੇ। ਸਾਡੇ ਕੋਲ ਗੱਫੇ ਰੇਤਾ ਦੇ ਆਉਂਦੇ ਪਏ ਨੇ, ਅਸੀਂ ਖਾਈ ਜਾਣੀ, ਅਸੀਂ ਲੋਕਾਂ ਕੋਲ ਕੀ ਲੈਣਾ, ਪਰ ਅਗਲੀ ਵਾਰ ਨੂੰ ਵੋਟ ਨਹੀਂ ਮਿਲਣੀ ਜਾਂ ਲੋਕਾਂ ਦੇ ਵਿੱਚ ਆਉਣਾ ਨਹੀਂ। ਅਸੀਂ ਹੁਣ ਵੀ ਦਿਖਾਵਾਂਗੇ ਮਾਣਿਆਲ ਦਾ ਹਾਲਾਤ ਕੀ ਨੇ। ਅੱਜ ਤੋਂ 20 ਸਾਲ ਤੋਂ ਵੀ ਉਹੀ ਹਾਲਾਤ ਨੇ, ਅੱਜ ਦੇ ਦਿਨ ਦੀ ਤਰੀਕ ਦੇ ਵੀ ਉਹੀ ਹਾਲਾਤ ਨੇ ਜੀ। ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਸਾਡੇ ਪਿੰਡ ਵੱਲ ਧਿਆਨ ਦਿੱਤਾ ਜਾਵੇ, ਸਾਡੇ ਨਗਰਾਂ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ ਸਾਡਾ ਧਿਆਨ ਦਿੱਤਾ ਜਾਵੇ ਜੀ। ਬਹੁਤ ਮੇਰਾ ਨਾਮ ਸ਼੍ਰੀਮਤੀ ਕੁਸਮਲਤਾ ਜੀ, ਮੈਂ ਪੰਚਾਇਤ ਮੈਂਬਰ ਹਾਂ, 2 ਨੰਬਰ ਵਾਰਡ ਦੀ ਹਾਂ। ਇਹ ਵਾਰਡ ਵਾਲਿਆਂ ਨੇ ਮੈਨੂੰ ਬੜੇ ਮਾਨ ਸਨਮਾਨ ਦੇ ਨਾਲ ਮਤਲਬ ਕਿ ਬਣਾਇਆ ਸੀ, ਵੋਟਾਂ ਦੇ ਵਿੱਚ ਖੜਾ ਕਰ ਦਿੱਤਾ ਸੀ। ਮੈਂ ਉਸ ਟਾਈਮ ਆਪਣੇ ਘਰ ਵਿੱਚ ਵੀ ਨਹੀਂ ਸੀ ਹੈਗੀ ਜਿਸ ਟਾਈਮ ਇਹਨਾਂ ਨੇ ਮੈਨੂੰ ਚੁਣ ਲਿਆ ਸੀ। ਇਹਨਾਂ ਨੇ ਮੇਰੇ ਨਾਲ ਵੋਟਾਂ ਵਿੱਚ ਮੈਨੂੰ 165 ਵੋਟਾਂ ਦੇ ਜਿਤਾਇਆ। ਬਹੁਤ ਇਹਨਾਂ ਨੇ ਮਾਣ ਤਾਣ ਮੇਰਾ ਕੀਤਾ, ਬਹੁਤ ਮਾਣ ਤਾਣ ਇਹਨਾਂ ਨੇ ਮੈਨੂੰ ਬਣਾਇਆ। ਮੈਨੂੰ ਮਤਲਬ ਕਿ ਇੱਦਾਂ ਉੱਦਾਂ ਦਿੱਤਾ ਮੈਨੂੰ ਸਰਪੰਚੀ ਵਿੱਚ ਬਹਿਣ ਦਾ। ਤੇ ਮਤਲਬ ਕਿ ਜਦੋਂ ਹੁਣ 4 ਸਾਲ ਹੋ ਗਏ ਨੇ ਮੈਨੂੰ ਬਣੀ ਨੂੰ, 4 ਸਾਲ ਮੈਨੂੰ ਹੋ ਗਏ ਨੇ ਬਣੀ ਨੂੰ। ਤੇ ਮੈਂ ਇਹ ਭਗਵੰਤ ਸਾਹਿਬ ਅੱਗੇ ਬੇਨਤੀ ਕਰਨੀ ਹੈਗੀ ਆ ਵੀ ਆ ਕੇ ਪਿੰਡਾਂ ਦੇ ਹਾਲਾਤ ਦੇਖਣ। ਮੇਰੀ ਵਾਰਡ ਦੇ ਵਿੱਚ ਇਹ ਸਰਪੰਚ ਸਾਹਿਬ ਨੇ 1.5 ਕਰੋੜ ਰੁਪਏ ਇੱਕ ਗ੍ਰਾਂਟ, 70 ਲੱਖ ਤੇ 12,000 ਇੱਕ ਗ੍ਰਾਂਟ ਆਈ ਹੈ ਜੀ, 5 ਲੱਖ ਰੁਪਏ ਇੱਕ ਆਈ ਹੈ ਜੀ, 26 ਲੱਖ ਤੇ ਪਪੂਲਰ ਵਿਕੇ 21 ਲੱਖ ਦੀ ਬੋਲੀ ਹੋਈ ਹੈ ਜੀ। ਉਹਨਾਂ ਵਿੱਚੋਂ ਮੇਰੀ ਵਾਰਡ ਦੇ ਵਿੱਚ 10 ਰੁਪਏ ਦਾ ਸੀਮਿੰਟ ਵੀ ਨਹੀਂ ਲੱਗਾ ਜੀ। ਮੈਂ ਅੱਜ ਤੋਂ 8 ਦਿਨ ਪਹਿਲਾਂ ਕੀ ਚੱਕਰ ਹੈ ਕਿ ਕਿਉਂ ਨਹੀਂ ਲੱਗਿਆ ਹੈਗਾ? ਦੇਖੋ ਜੀ ਇਹ ਤੇ ਹੁਣ ਸਰਪੰਚ ਨੂੰ ਪਤਾ ਜਾਂ ਨਾਲ ਦੇ ਮੈਂਬਰਾਂ ਨੂੰ ਪਤਾ ਜੀ, ਮੈਨੂੰ ਤੇ ਇਸ ਗੱਲ ਦਾ ਕੋਈ ਨਹੀਂ। ਮੈਂ ਅਨਪੜ੍ਹ ਹੈਗੀ ਆ, ਮੈਂ ਇੰਨੇ ਪੜ੍ਹੀ ਲਿਖੀ ਨਹੀਂ ਹੈਗੀ। ਤੁਸੀਂ ਸਰਪੰਚ ਸਾਹਿਬ ਨੂੰ ਕਿਹਾ ਇਸ ਗੱਲ? ਹਾਂਜੀ, ਅੱਜ ਤੋਂ 8 ਦਿਨ ਪਹਿਲਾਂ ਮੈਂ ਸਰਪੰਚ ਸਾਹਿਬ ਨੂੰ ਇਹ ਕਿਹਾ ਸੀ। ਮੇਰੀ ਵਾਰਡ ਵਾਲੇ ਮੇਰੇ ਕੋਲ 10-12 ਬੰਦੇ ਗਏ ਸੀ ਇਕੱਠੇ ਹੋ ਕੇ। ਉਹਨਾਂ ਨੇ ਮੈਨੂੰ ਵਾਰਨਿੰਗ ਦਿੱਤੀ ਸੀ ਵੀ ਤੂੰ ਆਪਣੀ ਵਾਰਡ ਦਾ ਕੁਝ ਨਹੀਂ ਸਵਾਰਦੀ ਪਈ ਹੈਗੀ, ਵੀ ਤੈਨੂੰ ਅਸੀਂ ਇੰਨੇ ਮਾਣ ਨਾਲ ਬਣਾਇਆ ਸੀ, ਤੂੰ ਵਾਰਡ ਦੇ ਵਿੱਚ ਕੀ ਕਰਵਾਇਆ। ਫਿਰ ਮੈਂ ਉਸੇ ਵੇਲੇ ਸਰਪੰਚ ਸਾਹਿਬ ਨੂੰ ਫੋਨ ਕੀਤਾ ਤੇ ਸਰਪੰਚ ਸਾਹਿਬ ਨੂੰ ਪੁੱਛਿਆ ਬਈ ਇਸ ਤਰ੍ਹਾਂ ਮੇਰੀ ਵਾਰਡ ਵਾਲੇ ਮੇਰੇ ਨਾਲ ਵੀ ਬੋਲ ਰਹੇ ਨੇ, ਮੇਰੇ ਨਾਲ ਵਾਧਾ ਘਾਟਾ ਕਰ ਰਹੇ ਨੇ, ਤੇ ਦੱਸੋ ਹੁਣ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ। ਉਹਨਾਂ ਨੇ ਮੇਰੇ ਕੋਲ 2 ਦਿਨ ਦੀ ਮੁਹਲਤ ਲਈ ਸੀ ਵੀ 2 ਦਿਨ ਦੀ ਸਾਨੂੰ ਵੀ ਮੁਹਲਤ ਦੇ ਦਿਓ, ਮੈਂ ਰੂੜੀਆਂ ਚਕਵਾਨਾ, ਇੰਟਰਲੋਕੇਟਰ ਲਵਾਨਾ, ਸਾਰੀ ਸਾਫ਼ ਸਫਾਈ ਕਰਾਨਾ। 2 ਦਿਨ ਦੇ ਵੀ ਅੱਜ ਦੇਖ ਲਓ 8-10 ਦਿਨ ਹੋ ਗਏ ਨੇ, ਇਹਨਾਂ ਨੇ ਕੋਈ ਕਾਰਵਾਈ ਨਹੀਂ ਸਰਪੰਚ ਸਾਹਿਬ ਨੇ ਕੀਤੀ। ਤੇ ਇਸ ਕਰਕੇ ਅੱਜ ਮੀਡੀਆ ਵਾਲਿਆਂ ਨੇ ਬੁਲਾ ਕੇ, ਮੈਂ ਉਸ ਟਾਈਮ ਘਰ ਨਹੀਂ ਸੀ ਹੈਗੀ, ਇਹਨਾਂ ਨੇ ਬੁਲਾ ਕੇ ਉਹਨਾਂ ਨੂੰ ਸਾਰਾ ਕੁਝ ਦੱਸਿਆ, ਫੋਨ ਕੀਤਾ, ਇਹਨਾਂ ਨੂੰ ਬੁਲਾਇਆ, ਮੈਨੂੰ ਘਰੋਂ ਇਹਨਾਂ ਨੇ ਬੁਲਾਇਆ। ਫਿਰ ਮੈਨੂੰ ਭਈ ਹਾਜ਼ਰ ਹੋਣਾ ਪਿਆ, ਮੈਨੂੰ ਆਪਣੀ ਵਾਰਡ ਦਾ ਸਾਥ ਦੇਣਾ ਪਿਆ, ਕਿਉਂਕਿ ਮੈਂ ਵੀ ਪੰਚਾਇਤ ਦੀ ਮੈਂਬਰ ਜ਼ਰੂਰ ਹੈਗੀ ਹਾਂ, ਪਰ ਮੈਂ ਪਿੰਡ ਦੀ ਵਾਸੀ ਪਹਿਲਾਂ ਆਇਆ ਜੀ, ਪਿੰਡ ਵਿੱਚ ਰਹਿੰਦੀ ਹਾਂ। ਦੂਜੀ ਗੱਲ ਇਹ ਜੀ ਦੇਖੋ ਲਾਈਟਾਂ ਲੱਗੀਆਂ ਨੇ, ਲਾਈਟਾਂ ਦੇ ਇਕੱਲੇ ਖੰਭੇ ਲੱਗੇ ਹੋਏ ਨੇ, ਉੱਪਰ ਲਾਈਟ ਹੈ ਨਹੀਂ। ਪਿੰਡ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਨੇ। ਕਿਸੇ ਦੀ ਮੱਝ, ਮੇਰੀ ਆਪਣੀ ਖੁਦ ਦੀ ਮੱਝ ਖੁੱਲੀ ਹੋਈ ਹੈ ਜੀ। ਮੈਂ ਮਤਲਬ ਕਿ 16 ਤਰੀਕ ਨੂੰ ਮੱਝ ਲੈ ਕੇ ਆਈ ਸੀ, 16 ਤਰੀਕ ਨੂੰ ਲੈ ਕੇ ਆਈ ਸੀ, 17 ਤਰੀਕ ਨੂੰ ਮੇਰੀ ਮੱਝ ਖੋਲੀ ਗਈ। ਚੋਰੀ ਕਿਉਂ ਹੋਈ? ਇੱਕ ਲਾਈਟ ਨਹੀਂ ਸੀ ਹੈਗੀ ਪਿੰਡ ਦੇ ਵਿੱਚ, ਇੱਕ ਲਾਈਟਾਂ ਨਹੀਂ ਸੀ ਹੈਗੀ ਬਿਲਕੁਲ। ਹੈ ਦੇਖੋ ਜੀ, ਮੈਂ ਆਪ ਇਸ ਟਾਈਮ ਮੇਰੀ 50-60 ਹਜ਼ਾਰ ਦੀ ਮੇਰੀ ਮੱਝ ਖੁਦ ਦੀ ਚੋਰੀ ਹੋਈ। ਪਿੰਡ 'ਚ ਚੋਰੀਆਂ ਬਹੁਤ ਹੁੰਦੀਆਂ ਨੇ, ਇਹ ਇਸੇ ਵਜ੍ਹਾ ਕਰਕੇ ਹੁੰਦੀ ਹੈ ਕਿਉਂਕਿ ਪਿੰਡ ਦੇ ਵਿੱਚ ਲਾਈਟ ਨਹੀਂ ਹੈਗੀ। ਤੇ ਬਿਜਲੀ ਦੇ ਬਿੱਲ ਵੀ ਚਲੋ ਹੁਣ ਤੇ ਆਪਣੀ ਸਰਕਾਰ ਨੇ ਮਾਫ ਕੀਤੇ ਹੋਏ ਨੇ। ਪਹਿਲਾਂ ਬਿਜਲੀ ਤੋਂ ਡਰਦੇ ਲੋਕੀ ਆਪਣੇ ਗਲੀ ਵਿੱਚ ਬਲਬ ਨਹੀਂ ਸੀ ਜਗਾਉਂਦੇ ਹੈਗੇ, ਹੁਣ ਤੇ ਚਲੋ ਬਲਬ ਵੀ ਕਿਸੇ ਵੇਲੇ ਜਗਾ ਦਿੰਦੇ। ਪਰ ਜਿਹੜੀ ਲਾਈਟਾਂ ਦੀ ਤੁਸੀਂ ਹੁਣ ਬਣਾ ਸਕਦੇ ਹੋ ਮੂਵੀ ਵੀ ਦੇਖੋ ਵੀ ਕਿਹੜੀ ਖੰਭੇ ਦੇ ਉੱਤੇ ਲਾਈਟ ਲੱਗੀ ਹੋਈ ਹੈ, ਕਿਸੇ ਖੰਭੇ ਦੇ ਉੱਤੇ ਲਾਈਟ ਨਹੀਂ ਹੈਗੀ। ਕਿ ਸਰਪੰਚ ਦੇ ਬੂਹੇ ਤੋਂ ਇਲਾਵਾ ਕਿਸੇ ਖੰਭੇ ਦੇ ਉੱਤੇ ਲਾਈਟ ਨਹੀਂ ਹੈਗੀ। ਸਰਪੰਚ ਦੇ ਬੂਹੇ ਅੱਗੇ ਲਾਈਟ ਹੈਗੀ ਕੱਲੀ, ਕਿਸੇ ਹੋਰ ਵਾਰਡ ਦੇ ਵਿੱਚ ਕਿਸੇ ਦੀ ਲਾਈਟ ਨਹੀਂ ਹੈਗੀ। ਬਾਕੀ ਟੂਟੀਆਂ ਦੀ ਦੇਖ ਲਓ ਹਾਲਤ ਵੀ, ਇੱਕ ਬੂੰਦ ਡਿੱਗਦੀ ਦੂਜੀ ਦੇਖਣੇ ਵੀ ਕਦੋਂ ਡਿੱਗੇਗੀ।
ਇਹ ਕੀ ਮਸਲਾ ਹੈ ਕਿ ਸਰਪੰਚ ਸਾਹਿਬ ਨੇ ਆਪਣੇ ਮਹੱਲੇ ਵਿੱਚ ਕੰਮ ਕਰਾ ਲਿਆ, ਤੁਹਾਡੇ ਮਹੱਲਿਆਂ 'ਚ ਕਿਉਂ ਨਹੀਂ ਕਰਵਾਇਆ? ਇਹ ਤੇ ਤੁਸੀਂ ਸਰਪੰਚ ਸਾਹਿਬ ਨੂੰ ਪੁੱਛ ਸਕਦੇ ਹੋ ਜੀ। 3-4 ਵਾਟਾਂ ਸਵਾਰੀਆਂ ਗਈਆਂ ਨੇ, 3-4 ਵਾਟਾਂ ਇਸ ਤਰ੍ਹਾਂ ਪਈਆਂ ਨੇ, 3 ਨੰਬਰ ਵਾਰਡ ਇਸ ਤਰ੍ਹਾਂ ਪਈ ਹੋਈ ਹੈ, 4 ਨੰਬਰ ਵਾਰਡ ਇਸ ਤਰ੍ਹਾਂ ਪਈ ਹੋਈ, 2 ਨੰਬਰ ਵਾਰਡ ਇਸ ਤਰ੍ਹਾਂ ਪਈ ਹੋਈ ਹੈ, 5 ਨੰਬਰ ਮੰਗ ਵਾਰਡ। ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ? ਮੈਂ ਭਗਵੰਤ ਮਾਨ ਅੱਗੇ ਇਹ ਮਾਣ ਕਰਤਾਨਾ ਬੇਨਤੀ ਕਰਦੀ ਹੈਗੀ ਆ ਵੀ ਆ ਕੇ ਪਿੰਡਾਂ ਦੇ ਹਾਲਾਤ ਦੇਖਣ, ਪਿੰਡਾਂ ਨੂੰ ਸਵਾਰਿਆ ਜਾਵੇ, ਪਿੰਡਾਂ ਨੂੰ ਵੀ ਸਵਰਗ ਬਣਾਇਆ ਜਾਵੇ। ਜੇ ਅਸੀਂ ਇਹਨਾਂ ਦਾ ਮਾਣ ਕੀਤਾ, ਇਹਨਾਂ ਵੋਟਾਂ ਬਣਾ ਕੇ ਇਹਨਾਂ ਦੇ ਘਰ ਘਰ ਜਾ ਕੇ ਅਸੀਂ ਆਪ ਖੁਦ ਵੋਟਾਂ ਮੰਗੀਆਂ ਨੇ ਵੀ ਅੱਜ ਕੀ ਅਸੀਂ ਭਗਵੰਤ ਮਾਨ ਲੈ ਕੇ ਆਵਾਂਗੇ। ਇਹਨਾਂ ਨੂੰ ਜਦ ਅਸੀਂ ਆਪ ਲੈ ਕੇ ਆਏ ਆ, ਇਹ ਸਾਡਾ ਵੀ ਕੁਝ ਸੋਚਣ, ਸਾਡੇ ਪਿੰਡ ਦਾ ਵੀ ਸੋਚਣ, ਆਸੇ-ਪਾਸੇ ਨਾਲ ਪਿੰਡਾਂ ਦੇ ਸੋਚੋ। ਕਈ ਵਾਰੀ ਆਪਾਂ ਸ਼ਹਿਰ ਲੁਧਿਆਣੇ ਵਿੱਚ ਜਾਈਏ, ਰਸਤੇ 'ਚ ਦੇਖੀ ਜਾਵੇ ਨਾਲ ਪਿੰਡਾਂ ਦੇ ਵਿੱਚ ਇੰਨਾ ਸੋਹਣਾ ਪਿੰਡ ਬਣਿਆ ਹੁੰਦਾ, ਪਤਾ ਨਹੀਂ ਲੱਗਦਾ ਪਿੰਡ 'ਚੋਂ ਲੰਘ ਰਹੇ ਆ ਕਿ ਸ਼ਹਿਰ 'ਚੋਂ ਲੰਘ ਰਹੇ ਆ। ਜਦੋਂ ਆਪਣੇ ਪਿੰਡ 'ਚ ਆਉਂਦੇ ਆ ਤੇ ਫਿਰ ਦਿਲ ਨੂੰ ਠੇਸ ਲੱਗਦੀ ਹੈ, ਬਹੁਤ ਜ਼ਿਆਦਾ ਠੇਸ ਲੱਗਦੀ ਜਦੋਂ ਆਪਣੇ ਪਿੰਡ ਦੇ ਵਿੱਚ ਐਂਟਰੀ ਕਰਨੇ ਆ। ਇਸ ਕਰਕੇ ਸਾਡੇ ਤੇ ਬੱਚੇ ਵੀ ਕਹਿ ਰਹੇ ਨੇ ਵੀ ਆਪਾਂ ਇਸ ਪਿੰਡ 'ਚ ਰਹਿਣਾ ਨਹੀਂ ਹੈਗਾ, ਪਿੰਡ 'ਚ ਬਹੁਤ ਜ਼ਿਆਦਾ ਗੰਦਗੀ, ਮੰਮੀ ਇੱਥੋਂ ਪਿੰਡ 'ਚੋਂ ਆਪਾਂ ਨਿਕਲ ਚੱਲੀਏ। ਪਰ ਚਲੋ ਹੁਣ ਜਿੱਥੇ ਆਏ ਆ ਉੱਥੇ ਰਹਿਣਾ ਪੈਂਦਾ ਹੈਗਾ, ਪਿੰਡ ਦਾ ਸਾਥ ਦੇਣਾ ਪੈਂਦਾ ਹੈਗਾ ਵੇ। ਮੈਂ ਭਗਵੰਤ ਮਾਨ ਅੱਗੇ ਇਹੀ ਬੇਨਤੀ ਕਰਦੀ ਵੀ ਬਾਰ-ਬਾਰ ਵੀ ਆ ਕੇ ਪਿੰਡਾਂ ਦੇ ਹਾਲਾਤ ਦੇਖਣ, ਪਿੰਡਾਂ ਨੂੰ ਸਵਾਰਨ, ਥੋੜਾ ਬਹੁਤਾ ਨਸ਼ੇ ਤੋਂ ਹੀ ਬਚਣ। ਮੇਰਾ ਨਾਮ ਸੁਲੱਖਣ ਸਿੰਘ ਆ, ਮੈਂ ਪਿੰਡ ਮਾਣੇਵਾਲ ਤੋਂ ਆ ਜੀ। ਠੀਕ ਹੈ ਜੀ। ਕੀ ਮਸਲਾ ਹੈ ਪਿੰਡ ਦੇ ਵਿੱਚ ਕੱਟ? ਮਸਲਾ ਇਹ ਹੈ ਕਿ ਅੱਜ ਕੱਲ੍ਹ ਜਿਵੇਂ ਸਰਕਾਰਾਂ ਕਹਿੰਦੀਆਂ ਉਹਨਾਂ ਨੂੰ ਜਿੱਤ ਜਾਂਦੀ, 5 ਸਾਲਾਂ 'ਚ ਕੁਝ ਨਹੀਂ ਹੋਇਆ। ਅੱਜ ਕੱਲ੍ਹ ਜੋ ਵੀ ਸਰਕਾਰ ਬਣੀ ਹੈ ਨਾ, ਭਾਵੇਂ MLA ਜਿਹੜਾ ਹੋਵੇ, ਭਾਵੇਂ ਜੋ ਵੀ ਹੈ, ਕਾਂਗਰਸ ਹੋਵੇ, ਅਕਾਲੀ ਹੋਵੇ, ਆਮ ਪਾਰਟੀ ਹੋਵੇ, ਕੋਈ ਵੀ ਪਾਰਟੀ ਹੋਵੇ ਨਾ ਜਿਹੜੀ ਵੀ ਜਿੱਤਦੀ ਆ, 5 ਸਾਲਾਂ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ। ਠੀਕ ਆ ਨਾ, ਡਿਵੈਲਪ ਹੁੰਦਾ ਇੱਥੇ ਪਿੰਡ ਦਾ, ਉਹੀ ਹਾਲ ਮਾੜਾ ਹੁੰਦਾ। ਠੀਕ ਆ, ਬਾਰਿਸ਼ ਹੁੰਦੀ ਆ, ਠੀਕ ਆ, ਬਾਰਿਸ਼ ਨਾਲ ਤਾਂ ਕੰਧਾਂ ਨਾਲ ਜਿਵੇਂ ਹੁੰਦੇ ਨਾ, ਅੱਧਾ ਸਰੀਰ ਡੁੱਬ ਜਾਂਦਾ ਪਾਣੀ 'ਚ। ਠੀਕ ਆ, ਉੱਤੇ ਜਿਹੜੀ ਕਹਿੰਦੇ ਸੀਲਵੇਜ ਪਾਏ ਹੁਣ, ਜਿਹੜੇ ਪੈਪਾਂ ਕਹਿੰਦੇ ਡੂੰਘੀਆਂ ਕੀਤੀਆਂ ਜਾਣਗੀਆਂ ਬਹਿਣੀਆਂ, ਜਿਹੜੇ ਪਿੰਡ ਦੀ ਸਫਾਈ ਕੀਤੀ ਜਾਏਗੀ, ਸਾਰਾ ਕੁਝ ਕਲੀਅਰ ਕੀਤਾ ਜਾਏਗਾ, ਉਹ ਕੁਝ ਨਹੀਂ ਹੁੰਦਾ। ਠੀਕ ਆ, ਪੈਸੇ ਪੂਸੇ ਪਤਾ ਨਹੀਂ ਕਿੱਥੇ ਜਾਂਦੇ ਇਹਨਾਂ ਨੇ, ਕਿੱਥੇ ਗਰੰਟ ਆਉਂਦੀ ਹੈ, ਜੋ ਮਹੀਨੇ ਜੋ ਆਉਂਦੀ ਹੈ, ਭਾਵੇਂ 1 ਮਹੀਨੇ ਦਾ ਸਾਲ ਜੋ ਵੀ ਹੈ ਉਹਨਾਂ ਕੋਲ ਹੁੰਦੀ ਹੈ ਗਰੰਟ। ਠੀਕ ਹੈ, ਹੁਣ ਫਰਜ਼ ਬਣਦਾ ਕੀ ਹੈ ਸਰਕਾਰ ਦਾ ਵੀ ਕਹਿਣਾ, ਅੱਗੇ ਕਾਰਵਾਈ ਕਰਨੀ ਚਾਹੀਦੀ, ਆ ਕੇ ਦੇਖਣਾ ਜਿਹੜੇ ਪਿੰਡ ਵਾਲਾ ਕਿ ਭਗਵੰਤ ਮਾਨ ਨੂੰ ਵੀ ਦੇਖਣਾ ਚਾਹੀਦੀ, ਮੰਤਰੀ ਨੂੰ ਪਿੰਡਾਂ 'ਚ ਆ ਕੇ ਚੈੱਕ ਕਰਨਾ ਚਾਹੀਦਾ ਕੀ ਇਹ ਹੋ ਰਿਹਾ ਕੀ ਨਹੀਂ ਹੋ ਰਿਹਾ, ਸਰਪੰਚ ਕੀ ਕਰਦੇ ਵੀ ਅੱਜ ਕੱਲ੍ਹ। ਠੀਕ ਹੈ ਨਾ, ਇਹ ਹੁੰਦਾ ਵੀ ਪਤਾ ਕੀ ਹੁਣ ਮੰਤਰੀ ਅੱਜ ਕੱਲ੍ਹ ਹੁਣ ਬੈਠੇ ਆਪਣੀ ਸੀਟਾਂ 'ਤੇ ਬੈਠੇ ਨੇ, ਉਹਨਾਂ ਆਪਣੀ ਮਿਲੀ ਹੈ ਸਰਕਾਰ ਮਿਲੀ ਹੈ, ਉਹਨਾਂ ਚੁੱਪਚਾਪ ਉੱਥੇ ਬੈਠੇ ਨੇ, ਥੱਲੇ ਆਰਡਰ ਮਾਰੀ ਜਾਂਦੇ MLA, ਉਹ ਵੀ ਸੁਣਵਾਈ ਨਹੀਂ ਕੁਛ ਹੁੰਦਾ। ਠੀਕ ਹੈ, ਫਿਰ ਅੱਗੇ ਜਿਹੜੇ ਸਰਪੰਚ ਹੁੰਦੇ ਨੇ 4-5 ਸਾਲ ਹੋ ਗਏ ਨੇ, ਉਹਨਾਂ ਦੇ ਕੁਛ ਜਿੰਨਾ ਟਾਈਮ ਬਣੇ ਆ ਕੁਛ ਨਹੀਂ ਕੀਤਾ ਉਹਨਾਂ ਤੱਕ ਜੇ। ਉਹ ਗਲੀ ਛੱਡੋ, ਇਹ ਤੇ ਪਿੰਡ ਦਾ ਹਾਲ ਵੀ ਮਾੜਾ ਆ, ਤੇ ਇੱਥੇ ਰਹਿਣਾ ਕੀ ਇੱਥੇ ਪਿੰਡ ਦੇ ਬੰਦਿਆਂ ਦੱਸੋ। ਤੁਸੀਂ ਸਰਪੰਚ ਨੂੰ ਕਿਹਾ ਇਸ ਗੱਲ ਬਾਰੇ? ਕਹਿਣਾ ਵੀ ਮੈਂ ਬਥੇਰੀ ਵਾਰ, ਸਾਡੇ ਤੇ ਏਰੀਆ ਤਾਂ ਉੱਧਰ ਵੀ ਆਇਆ ਬਥੇਰੀ ਵਾਰ, ਅਸੀਂ ਤਾਂ ਕਿਹਾ ਵੀ ਆ, ਕਹਿੰਦੇ ਸੀਵਰੇਜ ਪੈ ਰਹੇ ਨੇ, ਕੰਮ ਸ਼ੁਰੂ ਹੋ ਰਿਹਾ ਆ, ਕਰਦੇ ਪਏ ਆ ਕਾਰਵਾਈ, ਕੁਛ ਇੱਦਾਂ ਦੇ ਜਵਾਬ ਆ ਰਹੇ ਆ। ਦੱਸੋ ਕੀ ਕਰਨਾ ਪਹਿਲੇ? ਕੰਪਲੇਂਟ ਕੀਤੀ ਹੈ ਤੁਸੀਂ MLA ਸਾਹਿਬ ਨੂੰ ਜਾਂ BDO ਸਾਹਿਬ ਨੂੰ ਕਦੇ ਇਹਨਾਂ ਦੀ? ਕਦੇ ਨਹੀਂ ਕੀਤੀ। ਨਹੀਂ ਕੀਤੀ? ਕਿੱਥੋਂ ਕਰਨੀ ਦੱਸੋ ਪਹਿਲੇ? ਜੇ ਪਹਿਲੇ ਫਰਜ਼ ਬਣਦਾ ਸਰਪੰਚ ਦਾ ਬਣਦਾ ਕਿ ਜੇ ਸਰਪੰਚੀ ਕਰਨੀ ਹੁੰਦੀ ਹੈ, ਮੇਨ ਕੰਮ ਹੁੰਦਾ ਸਰਪੰਚ ਨੂੰ ਪਿੰਡ ਨੂੰ ਸਾਂਭਣਾ। ਜੇ ਸਾਂਭ ਸੰਭਾਈ ਹੋਵੇਗੀ ਤਾਂ ਪਿੰਡ ਦੀ ਥੋੜ੍ਹੀ ਜਿਹੀ ਸਹੂਲਤ ਹੋਵੇਗੀ, ਸਫਾਈ ਹੋਵੇਗੀ, ਸਾਰਾ ਕੁਝ ਹੋਵੇਗਾ, ਫਿਰ ਡਿਵੈਲਪ ਹੋਵੇਗਾ ਪਿੰਡ ਦਾ, ਉੱਥੇ ਸਹੂਲਤਾਂ ਮਿਲਣਗੀਆਂ, ਅੱਗੇ ਨੌਜਵਾਨ ਨੂੰ ਸਟੱਡੀ ਮਿਲੇਗੀ, ਤੇ ਜੋ ਗਰਾਊਂਡ ਹੁੰਦੇ ਆ ਉਹਨਾਂ ਡਿਵੈਲਪ ਮਿਲੇਗਾ ਥੋੜ੍ਹਾ ਜਿਹਾ। ਉਹ ਕੁਛ ਨਹੀਂ ਹੁੰਦਾ ਜੀ ਅੱਜ ਕੱਲ੍ਹ, ਬਸ ਗੱਲਾਂ ਨੇ ਕਰਦੇ ਨੇ, ਬਸ ਜੇਬ 'ਚ ਪੈਸੇ ਪਾ ਲਏ। ਹੁਣ ਤਾਂ ਸਰਪੰਚੀ ਹੈਗੀ 4 ਸਾਲ ਦੀ, ਠੀਕ ਹੈ, ਹੁਣ ਇਹ ਤਾਂ 1 ਸਾਲ ਫੇਰ ਹੋ ਜਾਣਾ, ਫੇਰ ਜਿੱਤ ਜਾਣਾ ਇਹਨਾਂ ਨੇ, ਫਿਰ ਅੱਗੇ ਆ ਜਾਣਾ ਸਰਪੰਚ ਨੇ, ਅੱਗੇ ਫੇਰ ਮੈਂਬਰਾਂ ਨੇ ਆ ਜਾਣਾ, ਫਿਰ ਅੱਗੇ ਉਹਨਾਂ ਕਰਨਾ, ਇਹੀ ਹਾਲ ਚੱਲਣਾ। ਫਿਰ ਇਹ ਗਲਤ ਗੱਲ ਨਾ। ਫਿਰ ਕੀ ਮੰਗ ਕਰਦੇ ਹੋ? ਮੈਂ ਇਹੀ ਚਾਹੁੰਦਾ ਕਿ ਸਰਪੰਚ ਨੂੰ ਤੇ ਮੁੱਖ ਮੰਤਰੀ MLA ਨੂੰ, ਠੀਕ ਹੈ, ਤੇ ਸਾਰੇ ਜਿੰਨੇ ਵੀ ਸਾਡੇ ਪਿੰਡ ਵਿੱਚ ਡਿਵੈਲਪ ਹੋਣਾ ਚਾਹੀਦਾ। ਠੀਕ ਹੈ, ਗਰਾਊਂਡ ਦਾ, ਗਲੀਆਂ ਦਾ, ਵੈਣੀਆਂ ਦਾ, ਠੀਕ ਹੈ, ਤੇ ਬਾਕੀ ਸਭ ਤੋਂ ਇਹ ਹੋਣਾ ਚਾਹੀਦਾ ਕਿ ਜੋ ਗ੍ਰਾਂਟ ਆਉਂਦੀ ਆ ਤੇ ਪਿੰਡ ਤੇ ਲਾਈ ਜਾਵੇ, ਸਾਫ ਸਫਾਈ ਕੀਤੀ ਜਾਵੇ, ਵਧੀਆ ਸਹੂਲਤ ਦਿੱਤੀ ਜਾਵੇ ਪਿੰਡ ਨੂੰ। ਬਲਜਿੰਦਰ ਸਿੰਘ ਆ, ਮੈਂ ਪਿੰਡ ਦਾ ਮੌਜੂਦਾ ਸਰਪੰਚ ਆ। ਸਰਪੰਚ ਸਾਹਿਬ, ਇੱਕ ਪਿੰਡ ਵਾਸੀਆਂ ਵੱਲੋਂ ਅੱਜ ਇਕੱਠ ਕੀਤਾ ਗਿਆ ਸੀਗਾ ਪਿੰਡ ਦੇ ਵਿੱਚ ਮਾਣੇਵਾਲ 'ਚ, ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਸਾਹਿਬ ਵੱਲੋਂ ਸਾਡੇ ਮਹੱਲੇ ਦੇ ਵਿੱਚ ਜਿਹੜੀਆਂ ਵੀ ਗ੍ਰਾਂਟਾਂ ਆਉਂਦੀਆਂ ਨੇ, ਕੰਮ ਨਹੀਂ ਕਰਾਇਆ ਜਾਂਦਾ ਸਾਡੇ ਮਹੱਲੇ ਦਾ। ਕੀ ਕਹਿਣਾ ਤੁਹਾਡਾ ਇਸ ਵਿਸ਼ੇ ਨੂੰ ਲੈ ਕੇ? ਦੇਖੋ ਵੀਰ ਜੀ, ਜਿਹੜੇ ਪਿੰਡ ਦੇ ਕੰਮ ਨੇ, ਮੈਂ ਤੁਹਾਨੂੰ ਹੁਣ ਮੌਕੇ ਤੇ ਪਿਛਲੇ ਪੰਚਾਇਤ ਦੇ ਕੰਮ ਕੀਤੇ, ਜਿਹੜੀਆਂ ਨਾਲੀਆਂ ਨੇ ਉਹ ਦਿਖਾ ਸਕਦਾ। ਘੱਟੋ ਘੱਟ 2.5 ਫੁੱਟ ਡੂੰਘੀਆਂ ਨਾਲੀਆਂ ਨੇ, ਜਿਨ੍ਹਾਂ ਵਿੱਚ ਅਸੀਂ ਪੈਪ ਪਵਾ ਰਹੇ ਹਾਂ। ਅਸੀਂ ਜਿਸ ਤਰ੍ਹਾਂ ਸਾਨੂੰ ਮਹਿਕਮੇ ਦਾ ਹਦਾਇਤ ਹੈ ਵੀ ਕਿਸ ਤਰ੍ਹਾਂ ਪਾਣੀ ਪਿੰਡੋਂ ਬਾਹਰ ਜਾਣਾ ਹੈ ਜਾਂ ਟੋਬਿਆਂ ਵਿੱਚ ਜਾਣਾ ਹੈ, ਉਹ ਅਸੀਂ ਠੇਕੇਦਾਰ ਦੀ ਜਾਂ ਜਿਹੜਾ ਸਾਡੇ ਓਵਰਸੀਅਰ ਹੈ ਮਹਿਕਮੇ ਦਾ, ਉਹਦੇ ਕਹਿਣ ਦੇ ਮੁਤਾਬਕ ਅਸੀਂ ਉਸ ਤਰੀਕੇ ਨਾਲ ਕੰਮ ਕਰ ਰਹੇ ਹਾਂ। ਅਸੀਂ ਕੋਈ ਮਹਿਕਮੇ ਤੋਂ ਬਾਹਰ ਨਹੀਂ ਜਾ ਰਹੇ। ਜੇ ਅਸੀਂ ਉਹਦੇ ਜਿਹੜੇ ਮਹੱਲੇ ਵਾਲੇ ਗੱਲ ਕਹਿੰਦੇ ਨੇ ਵੀ ਸਾਡੇ ਸੀਵਰੇਜ ਨਹੀਂ ਪੈਂਦਾ, ਮੰਨ ਲਓ ਅਸੀਂ ਉਧਰੋਂ ਕੰਮ ਸ਼ੁਰੂ ਕਰ ਦਿੰਦੇ ਆ,
ਸੀਵਰੇਜ ਪਾਣਾ ਸ਼ੁਰੂ ਕਰ ਦਿੰਦੇ ਆ, ਉਹ ਪਾਣੀ ਅਸੀਂ ਕਿੱਥੇ ਲਿਆ ਕੇ ਡੰਪ ਕਰਾਂਗੇ? ਅਸੀਂ ਟੋਭੇ ਵਿੱਚ ਪਾਣੀ ਪਾਇਆ, ਜਿੰਨਾ ਕੁ ਪੈਪ ਪਾਇਆ ਪੈਪ ਰੋਜ਼ ਪਾਉਂਦੇ ਆ, ਉਹਨਾਂ ਕੁ ਪਾਣੀ ਰੋਜ਼ ਦੂਜੇ ਦਿਨ ਸਪਲਾਈ ਅਸੀਂ ਟੋਭੇ ਵਿੱਚ ਕਰਦੇ ਪੈਪਾਂ 'ਚ। ਹਰੇਕ ਘਰ ਦਾ ਤੁਹਾਨੂੰ ਮੈਂ ਮੌਕੇ ਤੇ ਦਿਖਾ ਵੀ ਸਕਦਾ, ਪਰ ਜਿਹੜਾ ਪਾਣੀ ਉੱਥੇ ਚੱਲ ਰਿਹਾ ਟੋਭੇ 'ਚ, ਮੈਂ ਕਹਿੰਦਾ ਪਿਛਲੇ 20 ਸਾਲਾਂ 'ਚੋਂ ਇਹੋ ਜਿਹੇ ਕਿਸੇ ਸਰਪੰਚ ਮੈਨੂੰ ਉਂਗਲੀ ਆਪਣੇ ਛਾਤੀ ਦੇ ਹੱਥ ਰੱਖ ਕੇ ਦੱਸ ਦੇਵੇ ਕਿ ਪਿੰਡੋਂ ਪਾਣੀ ਬਾਹਰ ਗਿਆ 2 ਕਿਲੋਮੀਟਰ ਕਿ ਨਹੀਂ ਗਿਆ। ਇਹ ਸਾਰੇ ਮੈਂ ਪਿੰਡ ਦੇ ਮੇਰੇ ਖੜੇ ਨੇ, ਇਹਨਾਂ ਤੋਂ ਪੁੱਛੋ ਵੀ ਕਿੰਨੀ ਜੱਦੋ ਜਹਿਦ ਨਾਲ ਅਸੀਂ ਪਾਣੀ ਬਾਹਰ ਲੈ ਕੇ ਗਏ ਆ। ਹੁਣ ਵੀ ਅਸੀਂ ਸਾਨੂੰ ਜਿੰਨਾ ਸਾਡੇ ਕੋਲ ਫੰਡ ਸੀਗਾ ਅਸੀਂ ਖਰਚ ਚੁੱਕੇ ਆ। ਹੁਣ ਸਾਡੀ ਪੰਚਾਇਤ ਦੀ ਬੋਲੀ ਹੋਈ ਹੈ, ਸਾਡੇ ਕੋਲ ਪੰਚਾਇਤ ਦਾ ਫੰਡ ਆਇਆ, ਅੱਜ ਹੀ ਮੈਂ ਐਸਟੀਮੇਟ ਲਵਾਉਣ ਦਾ ਪਤਾ ਪਾਇਆ, 1-2 ਦਿਨ ਦੇ ਵਿੱਚ ਮਤਾ ਪਾਸ ਹੋ ਕੇ ਸਾਡੇ ਕੋਲ ਆ ਜਾਣਾ, ਅਸੀਂ ਉਹ ਕੰਮ ਦੁਬਾਰਾ ਫੇਰ ਸ਼ੁਰੂ ਕਰਨ ਜਾ ਰਹੇ ਹਾਂ। ਸਰਪੰਚ ਸਾਹਿਬ, ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਗ੍ਰਾਂਟਾਂ ਆ ਜਾਂਦੀਆਂ ਨੇ, ਕਾਗਜ਼ਾਂ 'ਚ ਕੰਮ ਹੋ ਜਾਂਦਾ ਹੈ, ਪਰ ਨਾ ਤਾਂ ਸਾਡੇ ਮਹੱਲੇ 'ਚ ਕੋਈ ਲਾਈਟ ਲੱਗਦੀ ਹੈ ਤੇ ਨਾ ਹੀ ਕੂੜੇ ਦੇ ਢੇਰ ਲੱਗਦੇ ਨੇ ਘਰਾਂ ਦੇ ਮੂਹਰੇ, ਨਾ ਗਲੀਆਂ ਸੜਕਾਂ ਬਣਦੀਆਂ। ਬਈ ਸਰਪੰਚ ਆਪਣੇ ਮਹੱਲੇ ਦੇ ਕੰਮ ਕਰਵਾ ਲੈਂਦਾ ਹੈ, ਸਾਡੇ ਮਹੱਲੇ ਦੇ ਕੰਮ ਨਹੀਂ ਕਰਵਾਉਂਦਾ। ਦੇਖੋ ਜਿਹੜੀ ਉਹਦੀ ਸ਼ਿਕਾਇਤ ਹੈ, ਜਿਹੜੀ ਉਹ ਕਹਿੰਦੇ ਵੀ ਇੱਥੇ ਵੀ ਸਾਡੇ ਰੂੜੀਆਂ ਲੱਗੀਆਂ ਨੇ, ਉਹ ਉਹਨਾਂ ਘਰਾਂ ਦੀਆਂ ਹੀ ਰੂੜੀਆਂ ਨੇ, ਉਹ ਮੈਂ ਖੁਦ ਆਪ ਚਕਾਈਆਂ ਨੇ। ਘੱਟੋ ਘੱਟ ਉਹਦੇ 5 ਦਿਨ ਲਾਏ ਸੀ ਮੈਂ JCP ਦੇ, ਉਹਦੇ ਉੱਤੇ ਮਿੱਟੀ ਪਵਾਈ ਹੈ, ਪਰ ਕਸੂਰ ਉਹ ਲੋਕਾਂ ਦਾ ਜਿਹੜੇ ਉੱਥੇ ਫੇਰ ਦੁਬਾਰਾ ਢੇਰ ਲਾ ਰਹੇ ਨੇ। ਮੈਂ ਸਿਰਫ ਪ੍ਰਮਾਣ CHE ਦੀ ਵਰਦਾ ਵੀ ਭਾਈਚਾਰੇ ਤੇ ਕਾਹਨੂੰ ਐਪਲੀਕੇਸ਼ਨ ਦੇਣੀ ਹੈ, ਕਾਹਨੂੰ ਇਹਨਾਂ ਤੇ ਦਰਖਾਸਤ ਕਰਨੀ ਹੈ। ਅੱਜ ਜੇ ਹੁਣ ਤੇ ਮੈਂ ਦਰਖਾਸਤ ਦੇਵਾਂ, ਉਹ ਬੰਦੇ ਦੇ ਕਾਰਵਾਈ ਹੋਊਗੀ। ਮੈਂ ਉੱਥੇ ਖੁਦ ਮਿੱਟੀ ਪਵਾਈ ਹੈ, ਸਾਰੇ ਪਿੰਡ ਨੂੰ ਪਤਾ ਹੈ। ਇੱਥੇ 10 ਦਿਨ JCP ਚੱਲਦੀ ਰਹੀ ਹੈ ਢੇਰ ਚੱਕਣ ਨੂੰ ਤੇ ਮਿੱਟੀ ਪਾਉਣ ਨੂੰ। ਜਿਹੜੇ ਕੋਲ ਘਰ ਨੇ ਉਹਨਾਂ ਦੇ ਢੇਰ ਨੇ, ਜਿਹੜੇ ਸ਼ਿਕਾਇਤਾਂ ਕਰਦੇ ਨੇ ਉਹਨਾਂ ਦੇ ਢੇਰ ਨੇ। ਨਹੀਂ ਤੇ ਚਲੋ ਮੈਂ ਤੁਹਾਨੂੰ ਹੁਣ ਦਿਖਾ ਦੇਣਾ ਕਿਹੜਾ ਉੱਥੇ ਬੰਦਾ ਢੇਰ ਕਰਦਾ। ਜਿਹੜਾ ਸੀਵਰੇਜ ਦਾ ਕੰਮ ਹੈ ਉਹ ਚਾਲੂ ਹੈ। ਅੱਜ ਅਸੀਂ ਮਤਾ ਪਵਾਇਆ, ਸੈਟਿੰਗ ਦਿਖਾ ਕੇ ਮੈਂ ਸਾਰੇ ਪਿੰਡ ਦਾ ਹਾਲ ਦਿਖਾਇਆ, ਜਿੱਥੇ ਅਸੀਂ ਪਾਣੀ ਭੇਜਿਆ ਸਾਰਾ ਕੁਝ ਦਿਖਾਇਆ, ਜਿਹੜਾ ਸੀਵਰੇਜ ਪੈ ਗਿਆ ਉਹ ਵੀ ਉਹਨੂੰ ਦਿਖਾਇਆ, ਅੱਗੇ ਜਿਹੜਾ ਸੀਵਰੇਜ ਰਹਿ ਗਿਆ ਕਿ ਪਾਣੀ ਭੇਜਿਆ ਸਾਰਾ ਕੁਝ ਦਿਖਾਇਆ, ਜਿਹੜਾ ਸੀਵਰੇਜ ਪੈ ਗਿਆ ਉਹ ਵੀ ਉਹਨੂੰ ਦਿਖਾਇਆ, ਅੱਗੇ ਜਿਹੜਾ ਸੀਵਰੇਜ ਰਹਿ ਗਿਆ ਉਹਦੇ ਅੱਜ ਅਸੀਂ ਐਸਟੀਮੇਟ ਦਾ ਮਤਾ ਪਾ ਦਿੱਤਾ। ਐਸਟੀਮੇਟ 2-4 ਦਿਨ ਵਿੱਚ ਲਾ ਕੇ ਆ ਜਾਣਾ, ਅਸੀਂ ਨਾਲ ਹੀ ਕੰਮ ਸ਼ੁਰੂ ਕਰ ਦੇਣਾ। ਸ਼ਿਕਾਇਤ ਕਰਦੇ ਘਰ ਦੇ ਬਾਹਰ ਲਾਈਟ ਤਾਂ ਲੱਗੀ ਹੋਈ ਹੈ। ਜਿਹੜੇ ਲਾਈਟਾਂ ਦੀ ਗੱਲ ਕਰਦੇ ਨੇ, ਅਸੀਂ ਸਿਰਫ 12 ਲਾਈਟਾਂ ਲਵਾਈਆਂ ਸੀਗੀਆਂ, ਉਹਨਾਂ ਦੇ ਘਰ ਦੇ ਖੁੰਝ ਦੇ ਉੱਤੇ ਲਾਈਟ ਤੁਹਾਨੂੰ ਮੈਂ ਲੱਗੀ ਦਿਖਾ ਦਿੰਦਾ। ਇੱਕ ਜਿਹੜਾ ਆਪਣੇ ਸਾਡੇ ਆਮ ਪਾਰਟੀ ਦਾ ਪ੍ਰਧਾਨ ਬਣਿਆ ਹੋਇਆ, ਬਲਾਕ ਦਾ ਪ੍ਰਧਾਨ, ਉਹਦੇ ਭਾਈ ਦੇ ਘਰ ਦੇ ਖੁੰਝ ਤੇ ਲਾਈਟ ਲੱਗੀ ਆ। ਨਹੀਂ ਤਾਂ ਚਲੋ ਮੈਂ ਹੁਣ ਤੁਹਾਨੂੰ ਮੌਕੇ ਦਿਖਾ ਦੇਣਾ। ਚੱਲ, ਇੱਕ ਪਿੰਡ ਦੀ ਪੰਚ ਵੀ ਹੈ ਲੇਡੀਜ਼, ਉਹਨਾਂ ਵੱਲੋਂ ਵੀ ਇਲਜ਼ਾਮ ਲਗਾਇਆ ਜਾ ਰਿਹਾ ਕਿ ਸਰਪੰਚ ਸਾਹਿਬ ਸਾਡੇ ਕੰਮ ਨਹੀਂ ਕਰਦੇ। ਉਹ ਮੇਰੇ ਨਾਲ ਸਿੱਧੀ ਆ ਕੇ ਗੱਲ ਕਰਨ, ਮੈਂ ਕਹਿ ਰਿਹਾ ਵੀ ਇਹ ਰੈਗੂਲਰ ਕੰਮ ਜਿਹੜਾ ਹੈ ਉਹ ਜਿਸ ਤਰ੍ਹਾਂ ਸਟੈਪ ਬਾਈ ਸਟੈਪ ਹੋਣਾ ਹੈ। ਜੇ ਉਹ ਕਹਿਣ ਵੀ ਉਧਰੋਂ ਪਾਣੀ ਚੱਕ ਕੇ ਪਹਿਲਾਂ ਲਿਆ, ਮੈਂ ਪਾਣੀ ਕਿੱਥੇ ਲਿਆ ਕੇ ਖੜਾ ਕਰੂੰਗਾ, ਫਿਰ ਜਾਂ ਤਾਂ ਫਿਰ ਗਲੀਆਂ 'ਚ ਪਾਣੀ ਖੜੂਗਾ ਤੇ ਜਾਂ ਫਿਰ ਦੱਸਣ ਪਾਣੀ ਕਿੱਥੇ ਲਿਆ ਕੇ ਖੜਾ ਹੋਣਾ, ਮੈਂ ਉਧਰੋਂ ਸ਼ੁਰੂ ਕਰ ਦੇਣਾ। ਇਹ ਕੰਮ ਸਿਸਟਮ ਨਾਲ ਹੋਣਾ ਹੈ। ਜੇ ਕਹਿਣ ਬਗੈਰ ਸਿਸਟਮ ਤੋਂ ਇਹ ਮੈਂ ਇਹਨਾਂ ਨੂੰ ਮਤਾ ਅਧਿਕਾਰ ਦਾ ਦੇ ਦੇਣਾ, ਇਹ ਕੰਮ ਸ਼ੁਰੂ ਕਰ ਦੇਣਾ। ਮੈਂ ਇਸ ਗੱਲ ਦੀ ਗਾਰੰਟੀ ਦਿੰਦਾ, ਸਵੇਰੇ ਮਤਾ ਪਾ ਦੇਣਾ, ਇਹ ਅਧਿਕਾਰ ਦੇਣਾ ਇਹਨਾਂ ਨੂੰ। ਜਿਹੜੀ ਲੇਡੀ ਸਰਪੰਚ ਕੁਛ ਮਲੋਤਾ ਉਹ ਅਧਿਕਾਰ ਲਵੇ ਵੀ ਮੈਂ ਸਰਪੰਚ ਵੀ ਕੰਮ ਗਲੀਆਂ ਨਾਲੀਆਂ ਦਾ ਕਰਾਉਣੀਆਂ, ਤੇ ਮੇਰੇ ਤੋਂ ਸਵੇਰੇ ਲੈ ਲਵੇ। ਚਲੋ ਇਹ ਕੰਮ ਕਰਕੇ ਦਿਖਾਏ ਵੀ ਕਿੱਦਾਂ ਸਿਸਟਮ ਨਾਲ ਕੰਮ ਹੋਣਾ।